नंबर 6 गिद्धा धरती माता दी पूजा दा नाच। प्रश्न नंबर 1 गिद्धा धरती माता दी पूजा दा नाच निबंध विच प्रगट कीते गए विचारां दा सार लिखो। उत्तर गिद्धा धरती माता दी पूजा दा नाच है। निबंध नाहर सिंह दी रचना है। इस निबंध विच निबंधकार ने भारत दे राष्ट्रीय नाच वजों मानता प्राप्त कर चुके पंजाबणां दे नाच गिद्धे बारे भिन्न भिन्न पक्षां तो अपने विचार पेश कीते हन। मौलिक रूप विच बचिया होया निबंधकार दसदा है कि राष्ट्रीय नाच वजों मानता प्राप्त कर चुका पंजाबणां दा गिद्धा इक्को एक अजिहा नाच है जो अपने मौलिक रूप विच बचिया होया है अते अपने विच नवे परिवर्तनां नूं भी समाउंदा रिहा है। देश वंड तो मगरों पंजाब दे सारे लोक नाच आपो अपने लोक दायरियां वाले पिड़ां तो चल के आधुनिक स्टेज उत्ते प्रवेश करदे होए पेशकारी दे नवे रूपां विच ढलदे होए इतिहास ते सभ्याचारक प्रक्रिया विचों गुजरदे रहे हन। पश्चिमी पंजाब दे बहुत सारे लोक नाच पूर्वी पंजाब अते मंच तक पहुंचदियां अलोप हो गए हन, जिवें लुड्डी, सम्मी, झूमर, डंडास, जल्ली, धमाल, बागी, पलवानी आदि। कुछ लोक नाच अपने रूप ते पेशकारी विच इन्ने बदल गए हन कि उन्हां दा लोक मुहांदरा पछाणना ही औखा हो गया है, जिवें भंगड़ा। सभ्याचारक रूपांतरण दी इस इतिहासिक प्रक्रिया विच लोक नाच गिद्धा ही बच सकिया है जो अपने सुभाਅ ते स्वरूप दी अपनी लोक दिख वाली परंपरा नूं कायम रख सकिया है। कारण जन्म पाउण नाल जुड़िया रहना। इस दा वड्डा कारण यह है कि देश वंड समय गिद्धे नूं अपनी जमीन तो नहीं उखाड़ना पिया पर दूजे लोक नाचां नूं जन्म भूमि तो बेदखल होना पिया है। उधरले पंजाब तो आए शरणार्थियों ने अपने लोक नाचां दी विरासत नूं अणगौलिया कर दिता। वंड तो मगरों पंजाब दा सभ्याचारक मुहान माझे दी थां मालवे दे खेतर वल हुंदा गया, जिस दे सिट्टे वजों गिद्धे दी मानता सगों होर बदलण लगी। नाल ही पंजाबी भाषा विच मलवई उपभाषा दी महत्ता वधण नाल गिद्धे दी जिंद जान मलवई बोलियां नूं पंजाब दे समुचे सटेजी गिद्धिਆਂ ने अपना लिया। ਵਿਆਹ नाल जुड़िया रहना। इस दा दूजा कारण इस पिछे खड़ी बलवान लोक परंपरा दा कायम रहना है। समुचे पूर्वी पंजाब विच गिद्धा ਵਿਆਹ ਦੇ ਇੱਕ ਅਨਿੱਖੜ अंग वजों मकबूल ਰਿਹਾ है। ਅੱਜ ਭਾਵੇਂ ਵਿਆਹ ਦਾ ਸਮੁੱਚਾ ਮੁਹਾਂਦਰਾ ਹੀ ਬਦਲ ਗਿਆ ਹੈ, ਪਰੰਤੂ ਫਿਰ ਵੀ ਵਿਆਹਾਂ ਦੇ ਇਕੱਠ ਵਿੱਚ ਔਰਤਾਂ ਦੇ ਗਿੱਧੇ ਬਿਨਾਂ ਖੁਸ਼ੀ ਸੰਪੂਰਨ ਨਹੀਂ ਸਮਝੀ ਜਾਂਦੀ ਹੈ। ਤੀਆਂ ਦੇ ਤਿਉਹਾਰਾਂ ਨਾਲ ਜੁੜਿਆ ਹੋਣਾ। ਗਿੱਧੇ ਦਾ ਤੀਆਂ ਦੇ ਤਿਉਹਾਰ ਨਾਲ ਜੁੜਿਆ ਹੋਣਾ ਵੀ ਇਸ ਦੀ ਮੌਲਿਕਤਾ ਨੂੰ ਕਾਇਮ ਰੱਖਣ ਦਾ ਮਜ਼ਬੂਤ ਆਧਾਰ ਬਣਿਆ। ਲੋਕਧਾਰਾ ਦੇ ਜਿਹੜੇ ਅੰਗ ਕਿਸੇ ਰੋਹ ਰੀਤ ਪੂਜਾ ਜਾਂ ਤਿਉਹਾਰ ਨਾਲ ਜੁੜੇ ਹੁੰਦੇ ਹਨ ਉਹਨਾਂ ਦੀ ਉਮਰ ਬਾਕੀ ਅੰਗਾਂ ਨਾਲੋਂ ਕਿਤੇ ਵੱਧ ਹੁੰਦੀ ਹੈ ਤੇ ਉਸ ਵਿੱਚ ਉਸਦੇ ਰੂੜ ਰੂਪ ਕਾਇਮ ਰੱਖੇ ਜਾਂਦੇ ਹਨ। ਪੰਨਾ ਨੰਬਰ 37 ਪੇਸ਼ਕਾਰੀ ਦਾ ਰੂਪ ਵਿਧਾਨ। ਗਿੱਧੇ ਦਾ ਪਰੰਪਰਿਕ ਰੂਪ ਵਿੱਚ ਬਚੇ ਰਹਿਣ ਦਾ ਇੱਕ ਹੋਰ ਵੱਡਾ ਕਾਰਨ ਇਸ ਦੀ ਪੇਸ਼ਕਾਰੀ ਦਾ ਰੂਪ ਵਿਧਾਨ ਹੈ ਜੋ ਕਿ ਇੰਨਾ ਲਚਕੀਲਾ ਹੈ ਕਿ ਇਸ ਵਿੱਚ ਪਰਿਵਰਤਨਾਂ ਨੂੰ ਅਪਣਾਉਣ ਦੀ ਅਸੀਮ ਸਮਰੱਥਾ ਹੈ। ਇਹ ਹੋਰਨਾਂ ਲੋਕ ਨਾਚਾਂ ਵਾਂਗ ਨਾਚ ਮੁਦਰਾਵਾਂ ਤੇ ਨਾਚ ਲਹਿਰੀਆਂ ਵਿੱਚ ਬਹੁਤਾ ਨਿਸ਼ਚਿਤ ਨਹੀਂ, ਸਗੋਂ ਖੁੱਲਾ ਡੁੱਲਾ ਤੇ ਘੱਟ ਹੀ ਨਿਯਮਤ ਹੈ। ਗਿੱਧੇ ਵਿਚਲੀ ਨਾਚ ਕਿਰਿਆ ਨੇ ਬੋਲੀ ਵਿਚਲੇ ਭਾਵ ਅਤੇ ਪੇਸ਼ ਸਥਿਤੀ ਅਨੁਸਾਰ ਚੱਲਣਾ ਹੁੰਦਾ ਹੈ, ਕਿਸੇ ਪੂਰਵ ਨਿਸ਼ਚਿਤ ਨਾਚ ਮੁਦਰਾ ਵਿੱਚ ਨਹੀਂ। ਗਿੱਧੇ ਵਿੱਚ ਨੱਚਣ ਵਾਲੀ ਨੇ ਬੋਲੀ ਪਾ ਕੇ ਬੋਲੀ ਦੀ ਅੰਤਿਮ ਤੁਕ ਤੋੜੇ ਵਿੱਚ ਕਹੇ ਭਾਵ ਨੂੰ ਨਾਚ ਮੁਦਰਾਵਾਂ ਰਾਹੀਂ ਪੇਸ਼ ਕਰਨਾ ਹੁੰਦਾ ਹੈ। ਇਹ ਬੋਲੀਆਂ ਸਮੇਂ ਦੇ ਪ੍ਰਵਾਹ ਨਾਲ ਬਦਲਦੀਆਂ ਰਹਿੰਦੀਆਂ ਹਨ। ਇਸ ਤਰ੍ਹਾਂ ਗਿੱਧਾ ਨਵੇਂ-ਨਵੇਂ ਅਨੁਭਵਾਂ ਨੂੰ ਆਪਣੇ ਵਿੱਚ ਸਮਾਉਂਦਾ ਰਹਿੰਦਾ ਹੈ। ਥੀਮਿਕ ਵੰਨਸੁਵੰਨਤਾ ਵਾਲਾ ਨਾਚ। ਗਿੱਧਾ ਸ਼ਾਇਦ ਭਾਰਤ ਦੇ ਸਭ ਲੋਕ ਨਾਚਾਂ ਨਾਲੋਂ ਵੱਧ ਥੀਮਿਕ ਵੰਨਸੁਵੰਨਤਾ ਵਾਲਾ ਲੋਕ ਨਾਚ ਹੈ। ਨਾਚ ਦੀਆਂ ਚਾਲਾਂ, ਗਤੀਆਂ ਤੇ ਮੁਦਰਾਵਾਂ ਦੇ ਲਿਹਾਜ਼ ਨਾਲ ਗਿੱਧਾ ਬੇਹੱਦ ਲਚਕੀਲਾ ਤੇ ਵੰਨਗੀਆਂ ਭਰਪੂਰ ਲੋਕ ਨਾਚ ਹੈ। ਗਿੱਧੇ ਦੀਆਂ ਨਾਚ ਮੁਦਰਾਵਾਂ ਨੇ ਕਿਉਂਕਿ ਬੋਲੀਆਂ ਅਨੁਸਾਰ ਚੱਲਣਾ ਹੁੰਦਾ ਹੈ ਅਤੇ ਬੋਲੀਆਂ ਕਵਿਤਾ ਦਾ ਅੰਗ ਹੋਣ ਕਰਕੇ ਜੀਵਨ ਦੀ ਵਿਦਵਤਾ, ਵਿਸ਼ਾਲਤਾ ਤੇ ਭਾਵ ਦੀ ਗਹਿਰਾਈ ਨੂੰ ਸਹਿਜੇ ਹੀ ਪ੍ਰਗਟ ਕਰ ਸਕਦੀਆਂ ਹਨ। ਇਸ ਕਰਕੇ ਜੀਵਨ ਦੇ ਹਰ ਮੂਡ ਤੇ ਸਥਿਤੀ ਨੂੰ ਇਸ ਨਾਚ ਵਿੱਚ ਥਾਂ ਮਿਲਣ ਦੀ ਅਨੰਤ ਸੰਭਾਵਨਾ ਹੈ। ਬੋਲੀ ਵਿਚਲੇ ਥੀਮ ਨੂੰ ਨਾਚ ਮੁਦਰਾ ਦਾ ਰੂਪ ਦੇਣ ਲਈ ਇਸ ਨਾਚ ਵਿੱਚ ਪੂਰਨ ਖੁੱਲ੍ਹ ਹੁੰਦੀ ਹੈ ਕਿ ਅਦਾਕਾਰਾ ਆਪਣੇ ਸਰੀਰ ਦੇ ਹਰ ਅੰਗ ਨਾਲ ਕਿਸੇ ਵੀ ਢੰਗ ਨਾਲ ਕਲਾਤਮਕ ਵਿਧੀ ਨਾਲ ਖਲੋ ਕੇ, ਬੈਠ ਕੇ, ਝੁਕ ਕੇ, ਤੇਜ਼ ਦੌੜ ਕੇ, ਮੁੱਧੀ ਸਿੱਧੀ ਹੋ ਕੇ ਹਰਕਤ ਵਿੱਚ ਲਿਆ ਸਕਦੀ ਹੈ। ਇਸ ਤਰ੍ਹਾਂ ਸਮੁੱਚੇ ਸਰੀਰ ਦੇ ਨਾਚ ਰੂਪ ਵਿੱਚ ਢਲਣ ਦੀ ਖੁੱਲ੍ਹ ਬਾਕੀ ਲੋਕ ਨਾਚਾਂ ਨਾਲੋਂ ਗਿੱਧੇ ਵਿੱਚ ਕਿਤੇ ਵਧੇਰੇ ਹੈ। ਨਾਚ ਮੁਦਰਾਵਾਂ ਦੀ ਅਜਿਹੀ ਖੁੱਲ੍ਹ ਵੀ ਇਸ ਨਾਚ ਰੂਪ ਦੇ ਮੌਲਿਕ ਰੂਪ ਨੂੰ ਬਚਾਈ ਰੱਖਣ ਦਾ ਆਧਾਰ ਬਣੀ ਹੈ।
ਲੋਕ ਦਾਇਰਿਆਂ ਵਾਲੀ ਪਿੜ ਪੇਸ਼ਕਾਰੀ ਦਾ ਲਗਭਗ ਕਾਇਮ ਰਹਿਣਾ। ਹੋਰਨਾਂ ਲੋਕ ਨਾਚਾਂ ਵਾਂਗ ਗਿੱਧਾ ਮੰਚ ਉੱਤੇ ਆ ਕੇ ਆਪਣੀ ਲੋਕ ਦਾਇਰਿਆਂ ਵਾਲੀ ਪਿੜ ਪੇਸ਼ਕਾਰੀ ਨਾਲੋਂ ਬਹੁਤਾ ਦੂਰ ਨਹੀਂ ਹੋਇਆ। ਇਸ ਨੇ ਮੰਚ ਉੱਤੇ ਲੋਕ ਦਾਇਰੇ ਦੀ ਥਾਂ ਯੂ ਦੀ ਸ਼ਕਲ ਧਾਰਨ ਕੀਤੀ ਹੈ। ਗਿੱਧੇ ਦੀ ਅਜੋਕੀ ਮੰਚ ਪੇਸ਼ਕਾਰੀ ਵਿੱਚ ਵੀ ਝੁਕ ਦਾਇਰਿਆਂ ਵਾਲੀ ਲੋਕ ਪੇਸ਼ਕਾਰੀ ਦਾ ਅਨੁਸਰਣ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹ ਸਾਰਾ ਕੁਝ ਗਿੱਧੇ ਦੀ ਜਾਣਦਾਰ ਲੋਕ ਪਰੰਪਰਾ ਤੇ ਪੇਸ਼ਕਾਰੀ ਦੀ ਰਚਨਾ ਵਿਧਾਨਿਕ ਖੁੱਲ੍ਹ ਕਾਰਨ ਹੀ ਸੰਭਵ ਹੋਇਆ ਹੈ। ਸਾਦਾ ਪੇਸ਼ਕਾਰੀ। ਗਿੱਧੇ ਦੀ ਪੇਸ਼ਕਾਰੀ ਬਹੁਤ ਸਾਦਾ ਜਿਹੀ ਹੁੰਦੀ ਹੈ। ਕੁੜੀਆਂ ਅੰਦਰਵਾਰ ਮੂੰਹ ਕਰਕੇ ਗੋਲ ਦਾਇਰੇ ਵਿੱਚ ਖੜੀਆਂ ਹੋ ਜਾਂਦੀਆਂ ਹਨ, ਜਿਸ ਨੂੰ ਘੱਗਰੀ ਪਿੜ ਕਿਹਾ ਜਾਂਦਾ ਹੈ। ਇੱਕ ਜਾਂ ਦੋ ਕੁੜੀਆਂ ਰਲ ਕੇ ਬੋਲੀ ਪਾਉਂਦੀਆਂ ਹਨ ਤੇ ਬਾਕੀ ਕੁੜੀਆਂ ਤਾੜੀ ਦੀ ਸਾਂਝੀ ਤਾਲ ਨਾਲ ਬੋਲਣ ਵਾਲੀ ਦੇ ਬੋਲ ਨੂੰ ਹੁੰਗਾਰਾ ਭਰਦੀਆਂ ਹੋਈਆਂ ਲੈਅਬੱਧ ਕਰਦੀਆਂ ਹਨ। ਗਿੱਧਾ ਗਿੱਧਾ ਕਰਦੀ ਮੇਲਣੇ, ਗਿੱਧਾ ਪਊ ਬਥੇਰਾ, ਪਿੰਡ ਦੇ ਮੁੰਡੇ ਢੁੱਕ ਕੇ ਆ ਗਏ, ਕੀ ਬੁੱਢੜਾ ਕੀ ਠੇਰਾ, ਅੱਖ ਪੱਟ ਕੇ ਦੇਖ ਤੂੰ ਕੇਰਾ, ਭਰਿਆ ਪਿਆ ਬਨੇਰਾ, ਨੱਚ ਕਲਬੂਤਰੀਏ ਦੇ ਕੇ ਸ਼ੌਂਕ ਦਾ ਗੇੜਾ। ਅੰਤਮ ਤੁਕ, ਜਿਸ ਨੂੰ ਤੋੜਾ ਕਿਹਾ ਜਾਂਦਾ ਹੈ, ਨੂੰ ਸਾਰੀਆਂ ਕੁੜੀਆਂ ਵੱਲੋਂ ਸਮੂਹਿਕ ਤੌਰ ਤੇ ਉੱਚੀ ਸੁਰ ਤੇ ਤੇਜ਼ ਗਤੀ ਦੇ ਬੋਲਾਂ ਵਿੱਚ ਚੁੱਕਿਆ ਤੇ ਦੁਹਰਾਇਆ ਜਾਂਦਾ ਹੈ, ਜੋ ਕਿ ਗਿੱਧੇ ਦੀ ਲਾਜ਼ਮੀ ਸ਼ਰਤ ਹੈ। ਤੋੜੇ ਦੇ ਬੋਲ ਆਉਂਦਿਆਂ ਹੀ ਦੋ ਕੁੜੀਆਂ ਪਿੜ ਦੇ ਅੰਦਰ ਉਲਟ ਦਿਸ਼ਾਵਾਂ ਵੱਲੋਂ ਆ ਕੇ ਬੋਲੀ ਵਿਚਲੇ ਭਾਵ ਨੂੰ ਨਾਚ ਮੁਦਰਾਵਾਂ ਦਾ ਰੂਪ ਦੇਣ ਲਈ ਨੱਚਣ ਲੱਗ ਪੈਂਦੀਆਂ ਹਨ। ਇਹ ਕੁੜੀਆਂ ਤੋੜੇ ਨੂੰ ਗਾਉਂਦੀਆਂ ਹੋਈਆਂ ਝੁੱਕ ਕੇ ਤਾੜੀ ਮਾਰਦੀਆਂ, ਅੱਡੀ ਤੇ ਪੱਬ ਨਾਲ ਝਾਂਜਰਾਂ ਛਣਕਾਉਂਦੀਆਂ ਹੋਈਆਂ ਵਿਰੋਧੀ ਪਾਸਿਆਂ ਤੋਂ ਚੱਲ ਕੇ ਪਿੜ ਦੇ ਵਿਚਕਾਰ ਇੱਕ ਦੂਜੀ ਨਾਲ ਅੱਖ ਮਿਲਾ ਕੇ ਕੱਟਦੀਆਂ ਹੋਈਆਂ ਲੰਘਦੀਆਂ ਹਨ। ਗਿੱਧੇ ਦੀਆਂ ਬੋਲੀਆਂ ਤੇ ਤੋੜਾ। ਗਿੱਧੇ ਦੀਆਂ ਬੋਲੀਆਂ ਵਿੱਚ ਆਮ ਤੌਰ ਤੇ ਦੋ ਪਾਤਰਾਂ ਦੀ ਗੱਲਬਾਤ, ਦੋ ਰਿਸ਼ਤਿਆਂ ਦੇ ਟਕਰਾਓ ਜਾਂ ਕਿਸੇ ਸਥਿਤੀ ਦੇ ਦੋ ਪਹਿਲੂਆਂ ਨੂੰ ਨਾਟਕੀ ਜੁਗਤ ਵਿੱਚ ਪੇਸ਼ ਕੀਤਾ ਹੁੰਦਾ ਹੈ। ਇਸੇ ਨਾਟਕੀ ਬੋਲ ਵਿਚਲੀ ਸਥਿਤੀ ਨੂੰ ਨੱਚਣ ਵਾਲੀਆਂ ਨੇ ਨਾਚ ਮੁਦਰਾਵਾਂ ਦਾ ਰੂਪ ਦੇਣਾ ਹੁੰਦਾ ਹੈ। ਗਿੱਧੇ ਦੀ ਬੋਲੀ ਵਿੱਚ ਕਿਸੇ ਇੱਕ ਸਥਿਤੀ ਨੂੰ ਉਸਾਰਿਆ ਜਾਂ ਸਮਾਜਿਕ ਜੀਵਨ ਦੀ ਕਿਸੇ ਝਾਕੀ ਨੂੰ ਉਗਾੜਿਆ ਜਾਂਦਾ ਹੈ। ਬੋਲੀ ਦਾ ਤੋੜਾ ਇਸ ਝਾਕੀ ਦਾ ਸਿਖਰ ਹੁੰਦਾ ਹੈ, ਜਿਸ ਨੂੰ ਨਾਚ ਮੁਦਰਾਵਾਂ ਵਿੱਚ ਪੇਸ਼ ਕੀਤਾ ਜਾਂਦਾ ਹੈ। ਇਸ ਤਰ੍ਹਾਂ ਬੋਲੀ ਦਾ ਤੋੜਾ ਕਾਵਿਕ, ਨਾਟਕੀ ਤੇ ਨਾਚ ਮੁਦਰਾਵਾਂ ਦੇ ਪੱਖੋਂ ਬੜਾ ਅਹਿਮ ਹੁੰਦਾ ਹੈ। ਪੰਨਾ ਨੰਬਰ 38। ਬੋਲੀਆਂ ਦੀ ਚੋਣ। ਗਿੱਧੇ ਵਿੱਚ ਨਾਚ ਦੀ ਗਤੀ ਅਨੁਸਾਰ ਬੋਲੀਆਂ ਦੀ ਚੋਣ ਕੀਤੀ ਜਾਂਦੀ ਹੈ। ਜਦੋਂ ਗਿੱਧਾ ਧੀਮੀ ਤੋਰ ਵਿੱਚ ਅਜੇ ਆਰੰਭ ਹੀ ਹੋਇਆ ਹੁੰਦਾ ਹੈ ਤਾਂ ਲੰਮੀ ਬੋਲੀ ਪਾਈ ਜਾਂਦੀ ਹੈ। ਲੰਮੀਆਂ ਬੋਲੀਆਂ ਉਨੀ ਦੇਰ ਤੱਕ ਚੱਲਦੀਆਂ ਰਹਿੰਦੀਆਂ ਹਨ ਜਿੰਨਾ ਚਿਰ ਤੱਕ ਗਿੱਧਾ ਪੂਰੀ ਤਰ੍ਹਾਂ ਗਰਮ ਨਾ ਹੋਇਆ ਹੋਵੇ। ਕਈ ਵਾਰੀ ਗਿੱਧਾ ਪਾ ਕੇ ਥੱਕੀਆਂ ਕੁੜੀਆਂ ਲੰਮੀਆਂ ਬੋਲੀਆਂ ਪਾ ਕੇ ਦਮ ਮਾਰ ਲੈਂਦੀਆਂ ਹਨ। ਬੋਲੀਆਂ ਦੀਆਂ ਕਿਸਮਾਂ। ਥੀਮਕ ਗਠਨ ਦੇ ਪੱਖੋਂ ਬੋਲੀਆਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ। ਇੱਕ ਉਹ ਜਿਨ੍ਹਾਂ ਵਿੱਚ ਥੀਮਕ ਇਕਾਗਰਤਾ ਹੁੰਦੀ ਹੈ ਤੇ ਦੂਜੀਆਂ ਉਹ ਜਿਨ੍ਹਾਂ ਵਿੱਚ ਕੋਈ ਇੱਕੋ ਸਥਿਤੀ, ਪਾਤਰ, ਭਾਵ ਜਾਂ ਦ੍ਰਿਸ਼ ਦੇ ਪੱਖੋਂ ਬਦਲਦੀ ਜਾਂਦੀ ਹੈ। ਇਹਨਾਂ ਵਿੱਚ ਹਰ ਸਤਰ ਆਪੋ ਆਪਣੀ ਥਾਂ ਤੇ ਸੁਤੰਤਰ ਇਕਾਈ ਹੁੰਦੀ ਹੈ ਤੇ ਨਾਚ ਲਈ ਸਿਰਫ ਤੋੜੇ ਵਾਲੇ ਬੋਲ ਨੂੰ ਹੀ ਚੁੱਕਿਆ ਜਾਂਦਾ ਹੈ, ਜਿਵੇਂ ਸੋਟੀ ਸੋਟੀ ਸੋਟੀ, ਬੀਨ ਵਜਾ ਜੋਗੀਆ, ਤੈਨੂੰ ਦੇਊਂਗੀ ਮੱਕੀ ਦੀ ਰੋਟੀ, ਪਤਲੇ ਜੇ ਲੱਕ ਆਲਿਆ, ਤੈਨੂੰ ਆਦਤ ਪੈ ਗਈ ਖੋਟੀ, ਮੂਹਰੇ ਘੋੜਾ ਮਿੱਤਰਾਂ ਦਾ, ਮਗਰ ਫੁੱਲਾਂ ਵਾਲੀ ਬੋਤੀ, ਮੇਲਣ ਮੁੰਡਿਆਂ ਨੇ ਡਿੱਗਦੀ ਚਬਾਰਿਓਂ ਬੋਚੀ। ਧੀਮੀ ਗਤੀ ਦਾ ਗਿੱਧਾ ਤੇ ਟੱਪੇ। ਧੀਮੀ ਗਤੀ ਦੇ ਗਿੱਧੇ ਨਾਲ ਟੱਪੇ ਵੀ ਚੱਲਦੇ ਹਨ, ਜੋ ਕਿ ਇੱਕ ਤੁਕੀ ਬੋਲੀ ਹੁੰਦਾ ਹੈ। ਇਸ ਵਿੱਚ ਬੋਲੀ ਦੇ ਤੋੜੇ ਵਾਲੀ ਗਤੀ ਨਹੀਂ ਆ ਸਕਦੀ। ਇਸ ਕਰਕੇ ਜਦੋਂ ਟੱਪਿਆਂ ਉੱਤੇ ਨੱਚਣਾ ਹੋਵੇ ਤਾਂ ਇੱਕ ਅੱਧ ਬੋਲ ਜਾਂ ਤੁਕਾਂਗ ਜੋੜ ਕੇ ਟੱਪੇ ਨੂੰ ਗਾਇਆ ਜਾਂਦਾ ਹੈ। ਗਿੱਧੇ ਵਿੱਚ ਟੱਪੇ ਜਾਂ ਤਾਂ ਗਿੱਧੇ ਦੇ ਆਰੰਭ ਵਿੱਚ ਗਾਏ ਜਾਂਦੇ ਹਨ ਜਾਂ ਜਦੋਂ ਕੁੜੀਆਂ ਗਿੱਧਾ ਪਾ ਕੇ ਥੱਕ ਗਈਆਂ ਹਨ, ਉਸ ਸਮੇਂ ਟੱਪੇ ਸਾਂਝੀ ਤਾੜੀ ਦੇ ਹੁਲਾਰੇ ਨਾਲ ਗਿੱਧੇ ਦੇ ਪਿੜ ਵਿੱਚ ਖੜੇ ਹੋ ਕੇ ਗਾਏ ਜਾਂਦੇ ਹਨ ਤੇ ਇੱਕ ਸੁਰਤਾ ਲਿਆਉਣ ਲਈ ਟੱਪੇ ਦੇ ਨਾਲ ਬੱਲੇ ਬੱਲੇ ਸ਼ਬਦ ਜੋੜ ਲਿਆ ਜਾਂਦਾ ਹੈ। ਊੜਾ, ਬੱਲੇ ਬੱਲੇ ਬਈ ਦੁਨੀਆ ਧੰਦ ਪਿੱਟਦੀ, ਮੌਜਾਂ ਲੁੱਟਦੀ ਕੁਲਾਲ ਵਾਲੀ ਉਤਮੀ। ਐੜਾ, ਬੱਲੇ ਬੱਲੇ ਵੇ ਮਰ ਜਾਣ ਸਿੰਘ ਸਭੀਏ, ਜਿਨ੍ਹਾਂ ਗਿੱਧੇ ਨੇ ਪਿੰਡ ਚੋਂ ਬੰਦ ਕੀਤੇ। ਈੜੀ, ਬੱਲੇ ਬੱਲੇ ਸੌਣ ਵੀਰ ਇਕੱਠੀਆਂ ਕਰੇ, ਭਾਦੋਂ ਚੰਦਰੀ ਵਿਛੋੜੇ ਪਾਵੇ। ਤੇਜ਼ ਗਤੀ ਵਾਲਾ ਗਿੱਧਾ ਆਮ ਕਰਕੇ ਛੋਟੀਆਂ ਬੋਲੀਆਂ ਉੱਤੇ ਚੱਲਦਾ ਹੈ। ਛੋਟੀ ਬੋਲੀ ਵਿੱਚ ਤੋੜਾ ਜਲਦੀ ਆਉਣ ਕਰਕੇ ਗਿੱਧੇ ਦਾ ਪੂਰਾ ਜੋਸ਼ ਬਣਿਆ ਰਹਿੰਦਾ ਹੈ। ਇਸੇ ਕਰਕੇ ਤੀਆਂ ਦੇ ਮੌਕੇ ਧੀਮੀ ਗਤੀ ਵਿੱਚ ਚੱਲਣ ਵਾਲੇ ਗਿੱਧੇ ਵਿੱਚ ਲੰਮੀ ਬੋਲੀ ਦੀ ਵਰਤੋਂ ਕੀਤੀ ਜਾਂਦੀ ਹੈ, ਪਰੰਤੂ ਵਿਆਹ ਵਿੱਚ ਤੇਜ਼ ਗਤੀ ਦੇ ਗਿੱਧੇ ਵਿੱਚ ਛੋਟੀਆਂ ਬੋਲੀਆਂ ਵਧੇਰੇ ਚੱਲਦੀਆਂ ਹਨ। ਕਾਲਜਾਂ, ਸਕੂਲਾਂ ਦੀਆਂ ਸਟੇਜਾਂ ਉੱਤੇ ਵੀ ਗਿੱਧੇ ਵਿੱਚ ਛੋਟੀਆਂ ਬੋਲੀਆਂ ਦੀ ਵਰਤੋਂ ਵਧੇਰੇ ਹੁੰਦੀ ਹੈ, ਜਿਵੇਂ ਨੱਚਣ ਜਾਣਦੀ ਗਾਉਣ ਜਾਣਦੀ, ਮੈਂ ਨੱਚਦੀ ਨਾ ਹਾਰੀ, ਨੀ ਉੱਧਰੋਂ ਰੁਮਾਲ ਹਿੱਲਿਆ, ਮੇਰੀ ਗਿੱਧੇ 'ਚ ਉੜੇ ਫੁਲਕਾਰੀ। ਪੰਨਾ ਨੰਬਰ 39।
ਗਿੱਧੇ ਨਾਲ ਸੰਬੰਧਿਤ ਸਮਾਜਿਕ ਮੌਕੇ। ਗਿੱਧੇ ਦੀ ਪੇਸ਼ਕਾਰੀ ਨਾਲ ਮੁੱਖ ਤੌਰ ਤੇ 4 ਸਮਾਜਿਕ ਮੌਕੇ ਸੰਬੰਧਿਤ ਹਨ। ਤੀਆਂ ਦਾ ਤਿਉਹਾਰ, ਮੰਗਣਾ, ਵਿਆਹ ਤੇ ਮੁੰਡੇ ਦੀ ਪਹਿਲੀ ਲੋਹੜੀ। ਤੀਆਂ ਦਾ ਤਿਉਹਾਰ। ਤੀਆਂ ਦਾ ਗਿੱਧਾ ਆਮ ਕਰਕੇ ਪਿੰਡ ਦੇ ਵਿਚਕਾਰ ਕਿਸੇ ਸਾਂਝੀ ਥਾਂ ਉੱਤੇ ਪੈਂਦਾ ਹੈ। ਤੀਜ ਦਾ ਤਿਉਹਾਰ ਆਉਂਦਿਆਂ ਹੀ ਨਵ ਵਿਆਹੁਤਾ ਮੁਟਿਆਰਾਂ ਪੇਕੇ ਆ ਜਾਂਦੀਆਂ ਹਨ। ਭੈਣਾਂ ਤੇ ਭਰਜਾਈਆਂ ਇੱਕੋ ਪਿੜ ਵਿੱਚ ਇਕੱਠੀਆਂ ਹੋ ਕੇ ਗਿੱਧਾ ਪਾਉਂਦੀਆਂ ਹਨ। ਇਸ ਵਿੱਚ ਮੁਟਿਆਰਾਂ ਆਪਣੇ ਗੁਲਗੁਲਾਹਟ ਕੱਢਦੀਆਂ ਹਨ। ਇਸ ਮੌਕੇ ਉੱਤੇ ਇਸਤਰੀ ਦੇ ਜੀਵਨ ਦੇ ਅਨੇਕਾਂ ਸੁਖਾਂਤਕ ਤੇ ਦੁਖਾਂਤਕ ਪਹਿਲੂਆਂ ਨੂੰ ਨਾਚ ਮੁਦਰਾਵਾਂ ਵਿੱਚ ਢਾਲਿਆ ਜਾਂਦਾ ਹੈ, ਜਿਨ੍ਹਾਂ ਵਿੱਚ ਵੀਰ ਦਾ ਪਿਆਰ, ਪ੍ਰੇਮੀਆਂ ਦੀਆਂ ਮਿਲਣੀਆਂ, ਦਿਓਰਾਂ ਦਾ ਲਾਡ, ਜੇਠਾਂ ਨਾਲ ਸ਼ਰੀਕੇਬਾਜ਼ੀਆਂ, ਪਿਆਰ ਦੀਆਂ ਦੱਬੀਆਂ ਉਮੰਗਾਂ, ਅਧੂਰੇ ਸੁਪਨੇ, ਸੱਧਰਾਂ ਦੇ ਬਿਰਹੜੇ, ਕੁਪੱਤੀਆਂ ਸੱਸਾਂ ਨਾਲ ਝਗੜੇ, ਛੜਿਆਂ, ਅਮਲੀਆਂ ਤੇ ਸਾਧਾਂ ਦੇ ਚਰਿੱਤਰ ਸ਼ਾਮਲ ਹੁੰਦੇ ਹਨ। ਤੀਆਂ ਦੇ ਗਿੱਧੇ ਦਾ ਪਿੜ ਹਰ ਮੁਟਿਆਰ ਲਈ ਇੱਕ ਤਰ੍ਹਾਂ ਦਾ ਸਿਖਲਾਈ ਕੇਂਦਰ ਵੀ ਹੁੰਦਾ ਹੈ, ਜਿੱਥੇ ਹੰਡੀਆਂ ਵਰਤੀਆਂ ਮੋਹਰੀ ਅਦਾਕਾਰਾਂ ਮੁਟਿਆਰਾਂ ਨੂੰ ਗਿੱਧਾ ਸਿਖਾਉਂਦੀਆਂ ਹਨ। ਇੱਥੇ ਵਧੀਆ ਕਲਾ ਪ੍ਰਤਿਭਾ ਵਾਲੀਆਂ ਤੇ ਚੰਗਾ ਨੱਚਣ ਵਾਲੀਆਂ ਅਦਾਕਾਰਾਂ ਦੀ ਸਰਦਾਰੀ ਹੁੰਦੀ ਹੈ। ਇਸ ਤੋਂ ਇਲਾਵਾ ਵਧੀਆ ਬੋਲੀਕਾਰਾਂ, ਜਿਨ੍ਹਾਂ ਨੇ ਅੰਦਰੋਂ ਅਗੰਮੀ ਬੋਲ ਆਪ ਮੁਹਾਰੇ ਨਿਕਲਦੇ ਹਨ, ਨੂੰ ਵੀ ਮਾਨਤਾ ਮਿਲਦੀ ਹੈ। ਵਧੀਆ ਬੋਲੀਕਾਰ ਉਹ ਮੰਨੀ ਜਾਂਦੀ ਹੈ ਜੋ ਗਿਣਤੀ ਵਿੱਚ ਬਹੁਤੀਆਂ, ਆਕਾਰ ਵਿੱਚ ਲੰਮੀਆਂ ਤੇ ਨਾਟਕੀ ਟਕਰਾਓ ਵਿੱਚ ਭਰਪੂਰ ਤੋੜੇ ਵਾਲੀਆਂ ਬੋਲੀਆਂ ਜੋੜ ਸਕਦੀਆਂ ਹਨ। ਵਿਆਹ ਦਾ ਗਿੱਧਾ। ਜਿੱਥੇ ਤੀਆਂ ਦਾ ਗਿੱਧਾ ਸਹੇਲੀਆਂ ਦਾ ਗਿੱਧਾ ਹੁੰਦਾ ਹੈ, ਉੱਥੇ ਵਿਆਹ ਦਾ ਗਿੱਧਾ ਮੇਲ ਦਾ ਹੁੰਦਾ ਹੈ। ਤੀਆਂ ਦਾ ਗਿੱਧਾ ਮੋਹ ਮੁਹੱਬਤ ਤੇ ਹੇਰਵੇ ਦਾ ਗਿੱਧਾ ਹੁੰਦਾ ਹੈ, ਪਰ ਵਿਆਹ ਦਾ ਗਿੱਧਾ ਖੁਸ਼ੀ ਭਰੀ ਮਸਤੀ ਤੇ ਖੁਰਦੂ ਦਾ ਗਿੱਧਾ ਹੁੰਦਾ ਹੈ। ਵਿਆਹ ਦੇ ਗਿੱਧੇ ਵਿੱਚ ਨਾਨਕਾ ਮੇਲ ਤੇ ਦਾਦਕੇ ਪਿੰਡ ਦੀਆਂ ਕੁੜੀਆਂ ਦਾ ਮੁਕਾਬਲਾ ਹੁੰਦਾ ਹੈ। ਵਿਆਹ ਦੇ ਗਿੱਧੇ ਵਿੱਚ ਜਿਹੜੀ ਸ਼ਾਮਲ ਨਾ ਹੋਵੇ ਉਸ ਨੂੰ ਬਾਬੇ ਦੀ ਰੰਨ ਕਹਿ ਕੇ ਮਿਹਣੇ ਮਾਰੇ ਜਾਂਦੇ ਹਨ ਤੇ ਇੱਕ ਦੂਜੀ ਨੂੰ ਸ਼ੌਕ ਦਾ ਗੇੜਾ ਦੇਣ ਲਈ ਪ੍ਰੇਰਿਆ ਜਾਂਦਾ ਹੈ। ਵਿਆਹ ਦੇ ਗਿੱਧੇ ਦੇ ਹੋਰ ਵਿਸ਼ੇਸ਼ ਲੱਛਣ। ਛੱਜ ਕੁੱਟਣਾ ਤੇ ਜਾਗੋ ਕੱਢਣਾ। ਛੱਜ ਕੁੱਟ ਕੇ ਇੱਕ ਤਰ੍ਹਾਂ ਨਾਨਕਾ ਮੇਲ ਨੂੰ ਗਿੱਧੇ ਲਈ ਵੰਗਾਰਿਆ ਜਾਂਦਾ ਹੈ। ਇਸੇ ਤਰ੍ਹਾਂ ਮੁੰਡੇ ਦੇ ਵਿਆਹ ਤੇ ਇੱਕ ਦਿਨ ਪਹਿਲਾਂ ਜਾਗੋ ਕੱਢੀ ਜਾਂਦੀ ਹੈ, ਜਿਸ ਵਿੱਚ ਨਾਨਕੇ ਤੇ ਦਾਦਕੇ ਘਰ ਦੀਆਂ ਔਰਤਾਂ ਜਲੂਸ ਦੀ ਸ਼ਕਲ ਵਿੱਚ ਗਾਉਂਦੀਆਂ ਹੋਈਆਂ ਪਿੰਡ ਦਾ ਚੱਕਰ ਕੱਢਦੀਆਂ ਹਨ। ਜਾਗੋ ਕੱਢਣ ਲਈ ਪਿੱਤਲ ਦੀ ਵਲਟੋਹੀ ਜਾਂ ਗਾਗਰ ਲੈ ਕੇ ਉਸ ਉੱਤੇ ਆਟੇ ਦੀ ਲੇਈ ਨਾਲ ਇੱਕ ਥਾਲੀ ਜੜ ਦਿੱਤੀ ਜਾਂਦੀ ਹੈ ਤੇ ਉਸ ਵਿੱਚ ਦੇਸੀ ਘਿਓ ਦੇ 7 ਜਾਂ 11 ਦੀਵੇ ਜਗਾਏ ਜਾਂਦੇ ਹਨ। ਜਾਗੋ ਦਾ ਇਹ ਕਾਫਲਾ ਪਿੰਡ ਦੀਆਂ ਗਲੀਆਂ ਵਿੱਚੋਂ ਖਰੂਦ ਪਾਉਂਦਾ ਹੋਇਆ ਤੇ ਲੋਕਾਂ ਦੇ ਪਰਨਾਲੇ ਢਾਉਂਦਾ ਹੋਇਆ ਲੰਘਦਾ ਹੈ। ਜਿਹੜਾ ਔਰਤ ਮਰਦ ਰਾਹ ਵਿੱਚ ਮਿਲੇ ਉਸ ਨੂੰ ਗੀਤਾਂ ਨਾਲ ਮਖੌਲ ਕੀਤੇ ਜਾਂਦੇ ਹਨ ਤੇ ਸਿੱਠਣੀਆਂ ਦਿੱਤੀਆਂ ਜਾਂਦੀਆਂ ਹਨ। ਇਹ ਹਾਸਾ ਠੱਠਾ ਭਾਈਚਾਰੇ ਵੱਲੋਂ ਮਨਜ਼ੂਰ ਸਮਝਿਆ ਜਾਂਦਾ ਹੈ। ਔਰਤਾਂ ਗਾਉਂਦੀਆਂ ਜਾਂਦੀਆਂ ਹਨ, ਰੌਣਕਾਂ ਜੋਰੋ ਜਗਾਲੇ ਵੇ, ਹੁਣ ਜਾਗੋ ਆਈ ਆ, ਚੁੱਪ ਕਰ ਬੀਬੀ ਮਸਾਂ ਸੁਲਾਈ ਆ, ਲੋਰੀ ਦੇ ਕੇ ਪਾਈ ਆ, ਰਿਹਾੜ ਕਰੂਗੀ ਜੋਰੋ ਨੂੰ ਜਗਾਲੇ ਵੇ, ਜਾਗੋ ਆਈ ਆ। ਜਾਗੋ ਦਾ ਇਕੱਠ ਵਿਆਹ ਵਾਲੇ ਘਰ ਪਹੁੰਚ ਕੇ ਗਿੱਧੇ ਵਿੱਚ ਵੱਟ ਜਾਂਦਾ ਹੈ। ਹੌਲੀ ਹੌਲੀ ਗਿੱਧੇ ਆਪਣੇ ਸਿਖਰ ਨੂੰ ਵੱਲ ਨੂੰ ਵੱਧਦੇ ਹਨ। ਸਿਖਰ ਉੱਤੇ ਪੁੱਜੇ ਗਿੱਧੇ ਨੂੰ ਫੜੂਹਾ ਕਿਹਾ ਜਾਂਦਾ ਹੈ ਤੇ ਇਹ ਗਿੱਧਾ ਕਾਮੁਕ ਰੰਗ ਧਾਰਨ ਕਰ ਲੈਂਦਾ ਹੈ। ਔਰਤਾਂ ਮੂੰਹੋਂ ਸੀਟੀਆਂ ਮਾਰਦੀਆਂ ਤੇ ਫੂ-ਫੂ ਦੀ ਆਵਾਜ਼ ਕੱਢਦੀਆਂ ਹਨ। ਪੰਨਾ ਨੰਬਰ 40। ਸਾਂਗ ਤੇ ਤਮਾਸ਼ੇ। ਗਿੱਧੇ ਦਾ ਇੱਕ ਮਹੱਤਵਪੂਰਨ ਪੱਖ ਇਸ ਵਿੱਚ ਧਰੇ ਜਾਣ ਵਾਲੇ ਸਾਂਗ ਜਾਂ ਤਮਾਸ਼ੇ ਹਨ। ਗਿੱਧੇ ਦੇ ਸਿਖਰ ਉੱਤੇ ਪੁੱਜ ਜਾਣ ਤੇ ਕੁਝ ਹਾਸੇ ਵਾਲੀਆਂ ਜਾਂ ਕਾਮੁਕ ਮੁਦਰਾਵਾਂ ਵਾਲੀਆਂ ਨਾਚ ਮੁਦਰਾਵਾਂ ਧਾਰਨ ਕੀਤੀਆਂ ਜਾਂਦੀਆਂ ਹਨ। ਉਸ ਸਮੇਂ ਲੰਮੀ ਜਾਂ ਨਿੱਕੀ ਬੋਲੀ ਦੀ ਥਾਂ ਇੱਕ ਇੱਕ ਸਤਰੇ ਕੁਝ ਬੋਲ ਦੁਹਰਾਓ ਬੰਦ ਰੂਪ ਵਿੱਚ ਉਚਾਰੇ ਜਾਂਦੇ ਹਨ, ਜਿਨ੍ਹਾਂ ਨੂੰ ਤਮਾਸ਼ੇ ਦੇ ਬੋਲ ਕਹਿਣਾ ਵਧੇਰੇ ਠੀਕ ਹੈ। ਅੱਡੀ ਦੀ ਧਮਕ ਤੇ ਤਾੜੀ ਦਾ ਨਾਚ। ਗਿੱਧਾ ਅਸਲ ਵਿੱਚ ਅੱਡੀ ਦੀ ਧਮਕ ਤੇ ਤਾੜੀ ਦਾ ਨਾਚ ਹੈ। ਵਧੀਆ ਗਿੱਧਾ ਉਹ ਮੰਨਿਆ ਜਾਂਦਾ ਹੈ ਜੋ ਸਰੀਰ ਦੇ ਪੂਰੇ ਵੇਗ, ਤੇਜ਼ ਚਾਲ ਤੇ ਧਰਤੀ ਧਮਕਾ ਕੇ ਨੱਚਿਆ ਜਾਵੇ। ਇਸੇ ਕਰਕੇ ਧਰਤੀ ਧਮਕਾਉਣਾ, ਤਮੱਚੀ ਪਾਉਣਾ, ਭੁਚਾਲ ਲਿਆਉਣਾ ਤੇ ਲਲਕਾਰੇ ਮਾਰ ਕੇ ਖਰੂਦ ਮਚਾਉਣਾ ਵਧੀਆ ਗਿੱਧੇ ਦੇ ਲੱਛਣ ਮੰਨੇ ਜਾਂਦੇ ਹਨ। ਗਿੱਧੇ ਵਿੱਚ ਪੰਜਾਬਣ ਦੀ ਅੱਡੀ ਦਾ ਧਰਤੀ ਨਾਲ ਇੱਕ ਖਾਸ ਰਿਸ਼ਤਾ ਹੈ। ਊੜਾ, ਅੱਡੀ ਮਾਰ ਕੇ ਨੱਚੀ ਜਦ ਬੰਤੋ, ਪਿੰਡ 'ਚ ਭੁਚਾਲ ਆ ਗਿਆ। ਐੜਾ, ਮਾਝੇ ਮਾਲਵੇ ਦੁਆਬੇ ਦੀਆਂ ਜੱਟੀਆਂ ਗਿੱਧੇ ਦੇ ਵਿੱਚ ਪਾਉਣ ਪੜਥੂ। ਬੇਸ਼ੱਕ ਗਿੱਧੇ ਵਿੱਚ ਅਦਾਕਾਰਾਂ ਦਾ ਸਾਰਾ ਸਰੀਰ ਹੀ ਮਾਧਿਅਮ ਬਣਿਆ ਹੁੰਦਾ ਹੈ, ਪਰੰਤੂ ਇਸ ਨਾਚ ਵਿੱਚ ਬਹੁਤਾ ਥਲ, ਪੱਟ, ਲੱਕ, ਅੱਡੀ ਤੇ ਕਲਾਈ ਦੀਆਂ ਮੁਦਰਾਵਾਂ ਤੇ ਹੁੰਦਾ ਹੈ। ਇਹ ਨਾਚ ਭਰਵੇਂ ਪਰੰਤੂ ਲਚਕੀਲੇ ਜਿਸਮ ਨਾਲ ਹੀ ਨੱਚਿਆ ਜਾਂਦਾ ਹੈ। ਲੱਕ ਦੇ ਹੁਲਾਰੇ ਅਤੇ ਹੱਥਾਂ ਦੇ ਇਸ਼ਾਰੇ ਨਾਲ ਇਸ ਨਾਚ ਦੀਆਂ ਬੁਨਿਆਦੀ ਮੁਦਰਾਵਾਂ ਸਾਕਾਰ ਕੀਤੀਆਂ ਜਾਂਦੀਆਂ ਹਨ।
ਇਸ ਵਿੱਚ ਚਿਹਰੇ ਦੇ ਹਾਵਾਂ ਭਾਵਾਂ ਤੇ ਅੱਖਾਂ ਦੀਆਂ ਸੂਖਮ ਰਮਜ਼ਾਂ ਦੀ ਬਹੁਤ ਘੱਟ ਵਰਤੋਂ ਹੁੰਦੀ ਹੈ। ਇਸੇ ਕਰਕੇ ਗਿੱਧੇ ਵਿੱਚ ਸਰੀਰਕ ਬਲ ਤੇ ਸ਼ਕਤੀ ਦੀ ਲੋੜ ਹੁੰਦੀ ਹੈ। ਗਿੱਧੇ ਦਾ ਪਿੜ ਵਿਅਕਤੀ ਅਤੇ ਸਮੂਹ ਦੇ ਇੱਕ ਭਾਵੁਕ ਧਰਾਤਲ ਉੱਤੇ ਮਿਲਣ ਦਾ ਪਿੜ ਹੁੰਦਾ ਹੈ। ਇਸ ਵਿੱਚ ਜੀਵਨ ਦੀ ਖੈਰ, ਸੁੱਖ ਤੇ ਸ਼ਾਂਤੀ ਮੰਗੀ ਜਾਂਦੀ ਹੈ। ਇਹਨਾਂ ਵਿੱਚ ਕਾਮਨਾ ਕੀਤੀ ਜਾਂਦੀ ਹੈ ਕਿ ਪਰਿਵਾਰ ਦੀ ਵੇਲ ਵੱਧਦੀ ਰਹੇ, ਵੀਰਾਂ ਘਰੀਂ ਪੁੱਤ ਜੰਮਦੇ ਰਹਿਣ, ਬਾਪੂ ਮੱਝੀਆਂ ਦੇ ਸੰਗਲ ਫੜਾਉਂਦਾ ਰਹੇ, ਖੂਹ ਵਗਦੇ ਰਹਿਣ, ਜੋਗੀ ਰਮਤੇ ਫਿਰਦੇ ਰਹਿਣ ਤੇ ਨਗਰ ਵਸਦੇ ਰਹਿਣ। ਧਰਤੀ ਦੀ ਪੂਜਾ ਦਾ ਨਾਚ। ਗਿੱਧੇ ਦੀ ਪ੍ਰਮੁੱਖ ਅਦਾ ਹੈ ਅੱਡੀ ਮਾਰ ਕੇ ਧਰਤੀ ਨੂੰ ਧਮਕਾਉਣਾ ਤੇ ਤਾੜੀ ਮਾਰ ਕੇ ਨੱਚਣਾ। ਧਰਤੀ ਨੂੰ ਅੱਡੀ ਤੇ ਪੰਜੇ ਨਾਲ ਠਕੋਰਨਾ ਧਰਤੀ ਮਾਤਾ ਨੂੰ ਜਗਾਉਣਾ ਤੇ ਹਿਲਾਉਣ ਦਾ ਸੰਕੇਤ ਹੈ। ਗਿੱਧੇ ਦੀ ਬੋਲੀ ਪਾ ਕੇ ਜਦੋਂ ਨਾਚ ਅਦਾਵਾਂ ਸ਼ੁਰੂ ਹੁੰਦੀਆਂ ਹਨ ਤਾਂ ਸਭ ਤੋਂ ਪਹਿਲਾਂ ਸੱਜੇ ਪਾਸੇ ਝੁਕ ਕੇ ਹੱਥਾਂ ਨੂੰ ਧਰਤੀ ਵੱਲ ਲਿਆ ਕੇ ਤਾੜੀ ਮਾਰੀ ਜਾਂਦੀ ਹੈ। ਇਹ ਸਪਸ਼ਟ ਧਰਤੀ ਨੂੰ ਨਮਸਕਾਰ ਕਰਨ ਦੀ ਕਿਰਿਆ ਹੈ। ਗਿੱਧੇ ਦੀ ਪੇਸ਼ਕਾਰੀ ਨੂੰ ਜ਼ਰਾ ਧਿਆਨ ਨਾਲ ਘੋਖਿਆ ਜਾਵੇ ਤਾਂ ਇਸ ਵਿਚਲੀਆਂ ਬਹੁਤ ਸਾਰੀਆਂ ਨਾਚ ਅਦਾਵਾਂ ਨੂੰ ਧਰਤੀ ਵੱਲ ਮੁਖਾਤਬ ਹੁੰਦਿਆਂ ਦੇਖ ਕੇ ਪਤਾ ਲੱਗਦਾ ਹੈ ਕਿ ਗਿੱਧੇ ਨਾਚ ਦਾ ਨਿਕਾਸ ਧਰਤੀ ਮਾਤਾ ਦੀ ਪੂਜਾ ਨਾਲ ਜੁੜਿਆ ਰਹੁ ਰੀਤਾਂ ਤੋਂ ਹੋਇਆ ਹੋਵੇਗਾ। ਜਾਪਦਾ ਹੈ ਕਿ ਪ੍ਰਾਚੀਨ ਕਾਲ ਵਿੱਚ ਜਦੋਂ ਧਰਤੀ ਨੂੰ ਉਪਜਾਇਕਤਾ ਦੀ ਦੇਵੀ ਮੰਨ ਕੇ ਜੋ ਰਹੁ ਰੀਤਾਂ ਤੇ ਪੂਜਾ ਵਿਧੀਆਂ ਨਿਭਾਈਆਂ ਜਾਂਦੀਆਂ ਹੋਣਗੀਆਂ, ਉਹਨਾਂ ਵਿੱਚ ਔਰਤਾਂ ਵੱਲੋਂ ਦੇਵੀ ਨਾਚ ਵਜੋਂ ਜੋ ਨਾਚ ਨੱਚਿਆ ਜਾਂਦਾ ਹੋਵੇਗਾ ਉਹੀ ਗਿੱਧਾ ਨਾਚ ਦਾ ਨਿਕਾਸ ਸਰੋਤ ਬਣਿਆ ਹੋਵੇਗਾ ਤੇ ਹੌਲੀ ਹੌਲੀ ਸਮੇਂ ਦੇ ਬੀਤਣ ਨਾਲ ਇਹ ਲੋਕ ਰੰਗ ਧਾਰਨ ਕਰ ਗਿਆ ਤੇ ਪਰਿਵਰਤਿਤ ਹੁੰਦਾ ਹੋਇਆ ਲੋਕ ਮਨੋਰੰਜਨ ਦੇ ਸਮਰੱਥ ਸਾਧਨ ਵਜੋਂ ਵਿਕਸਿਤ ਹੋ ਗਿਆ। ਪ੍ਰਸ਼ਨ ਨੰਬਰ 2, ਗਿੱਧਾ ਧਰਤੀ ਮਾਤਾ ਦੀ ਪੂਜਾ ਦਾ ਨਾਚ ਨਿਬੰਧ ਦਾ ਵਿਸ਼ਾ ਵਸਤੂ ਕੀ ਹੈ? ਸਪਸ਼ਟ ਕਰੋ। ਉੱਤਰ, ਗਿੱਧਾ ਧਰਤੀ ਮਾਤਾ ਦੀ ਪੂਜਾ ਦਾ ਨਾਚ ਨਿਬੰਧ ਨਾਹਰ ਸਿੰਘ ਦੀ ਰਚਨਾ ਹੈ। ਨਿਬੰਧਕਾਰ ਨੇ ਇਸ ਵਿੱਚ ਰਾਸ਼ਟਰੀ ਮਾਨਤਾ ਪ੍ਰਾਪਤ ਕਰ ਚੁੱਕੇ ਪੰਜਾਬਣਾਂ ਦੇ ਨਾਚ ਗਿੱਧੇ ਦੇ ਮੌਲਿਕ ਰੂਪ ਵਿੱਚ ਬਚੇ ਰਹਿਣ ਦੇ ਕਾਰਨ ਇਸ ਦੀ ਪੇਸ਼ਕਾਰੀ, ਇਸ ਦੀਆਂ ਬੋਲੀਆਂ ਦੇ ਅੰਤ ਵਿੱਚ ਆਉਣ ਵਾਲੇ ਤੋੜੇ, ਬੋਲੀਆਂ ਦੀਆਂ ਕਿਸਮਾਂ, ਗਿੱਧੇ ਨਾਲ ਸੰਬੰਧਿਤ ਸਮਾਜਿਕ ਮੌਕਿਆਂ, ਇਸ ਦੇ ਮਹੱਤਵਪੂਰਨ ਲੱਛਣਾਂ ਤੇ ਇਸ ਦੇ ਧਰਤੀ ਦੀ ਪੂਜਾ ਦਾ ਨਾਚ ਹੋਣ ਸੰਬੰਧੀ ਆਪਣੇ ਵਿਚਾਰਾਂ ਨੂੰ ਵਿਸ਼ੇ ਦੇ ਰੂਪ ਵਿੱਚ ਪੇਸ਼ ਕੀਤਾ ਹੈ। ਨਿਬੰਧਕਾਰ ਦੱਸਦਾ ਹੈ ਕਿ ਦੇਸ਼ ਵੰਡ ਮਗਰੋਂ ਪੰਜਾਬ ਦੇ ਨਾਚਾਂ ਵਿੱਚੋਂ ਜੇਕਰ ਕੋਈ ਆਪਣੇ ਮੌਲਿਕ ਰੂਪ ਵਿੱਚ ਬਚਿਆ ਹੈ ਤਾਂ ਉਹ ਕੇਵਲ ਪੰਜਾਬ ਦਾ ਗਿੱਧਾ ਹੀ ਹੈ। ਪੱਛਮੀ ਪੰਜਾਬ ਦੇ ਬਹੁਤ ਸਾਰੇ ਨਾਚ ਲੁੱਡੀ, ਸੰਮੀ, ਡੰਡਾਸ, ਜੱਲੀ, ਧਮਾਲ, ਬਾਗੀ ਤੇ ਭਲਵਾਨੀ ਤਾਂ ਇੱਥੋਂ ਆਉਂਦੇ ਹੀ ਇਤਿਹਾਸਿਕ ਸੱਭਿਆਚਾਰਕ ਪ੍ਰਕਿਰਿਆ ਵਿੱਚ ਗੁਜ਼ਰਦੇ ਅਲੋਪ ਹੋ ਗਏ ਹਨ ਤੇ ਭੰਗੜੇ ਦਾ ਅਸਲ ਮੁਹਾਂਦਰਾ ਹੀ ਪਛਾਣਨਾ ਔਖਾ ਹੋ ਗਿਆ ਹੈ। ਪਰੰਤੂ ਪੰਜਾਬਣਾਂ ਦਾ ਗਿੱਧਾ ਇੱਕ ਅਜਿਹਾ ਨਾਚ ਹੈ ਕਿ ਇਹ ਕੇਵਲ ਆਪਣੇ ਮੌਲਿਕ ਰੂਪ ਵਿੱਚ ਬਚਿਆ ਹੋਇਆ ਹੀ ਨਹੀਂ, ਸਗੋਂ ਬੀਤੇ ਸਮੇਂ ਵਿੱਚ ਪੰਜਾਬ ਦਾ ਸੱਭਿਆਚਾਰ ਦੇ ਮੁਹਾਨ ਮਾਝੇ ਦੀ ਥਾਂ ਮਾਲਵੇ ਦੇ ਖੇਤਰ ਵੱਲ ਹੋਣ ਕਰਕੇ ਇਸ ਦੀ ਮਾਨਤਾ ਵਧੇਰੇ ਵੱਧ ਗਈ ਹੈ। ਇਸ ਦਾ ਵੱਡਾ ਕਾਰਨ ਇਹ ਹੈ ਕਿ ਵੰਡ ਪਿੱਛੋਂ ਇਸ ਨੂੰ ਆਪਣੀ ਜਨਮ ਭੌਂ ਤੋਂ ਉਖਾੜਨਾ ਨਹੀਂ ਪਿਆ। ਇਸ ਤੋਂ ਇਲਾਵਾ ਗਿੱਧੇ ਦਾ ਵਿਆਹ ਅਤੇ ਤੀਆਂ ਵਰਗੀਆਂ ਸੱਭਿਆਚਾਰਕ ਰਹੁ ਰੀਤਾਂ ਨਾਲ ਜੁੜਿਆ ਰਹਿਣਾ, ਇਸ ਦੀ ਪੇਸ਼ਕਾਰੀ ਦਾ ਲਚਕੀਲਾ ਵਿਧਾਨ, ਥੀਮਿਕ ਵੰਨ-ਸੁਵੰਨਤਾ, ਇਸ ਵਿੱਚ ਲੋਕ ਦਾਇਰਿਆਂ ਵਾਲੀ ਪਿੜ ਪੇਸ਼ਕਾਰੀ ਦਾ ਕਾਇਮ ਰਹਿਣਾ ਤੇ ਇਸ ਦੀ ਤੋੜੇਦਾਰ ਬੋਲੀਆਂ ਰਾਹੀਂ ਜ਼ੋਰਦਾਰ ਪੇਸ਼ਕਾਰੀ ਨੇ ਇਸ ਦੇ ਮੌਲਿਕ ਸਰੂਪ ਨੂੰ ਕਾਇਮ ਰੱਖਣ ਵਿੱਚ ਸਾਰਥਕ ਹਿੱਸਾ ਪਾਇਆ ਹੈ। ਪੰਨਾ ਨੰਬਰ 41, ਨਿਬੰਧਕਾਰ ਗਿੱਧੇ ਦੀਆਂ ਬੋਲੀਆਂ ਤੇ ਇਹਨਾਂ ਨੂੰ ਗਿੱਧੇ ਵਿੱਚ ਪਾਉਣ ਦੇ ਢੰਗਾਂ ਬਾਰੇ ਚਰਚਾ ਕਰਦਿਆਂ ਦੱਸਦਾ ਹੈ ਕਿ ਗਿੱਧੇ ਦੀ ਹਰ ਬੋਲੀ ਵਿੱਚ ਕਿਸੇ ਇੱਕ ਸਥਿਤੀ ਜਾਂ ਸਮਾਜਿਕ ਜੀਵਨ ਦੀ ਕਿਸੇ ਝਾਕੀ ਨੂੰ ਉਗਾੜਿਆ ਜਾਂਦਾ ਹੈ। ਬੋਲੀ ਦਾ ਤੋੜਾ ਇਸ ਝਾਕੀ ਦਾ ਸਿਖਰ ਹੁੰਦਾ ਹੈ ਜਿਸ ਨੂੰ ਨਾਚ ਮੁਦਰਾਵਾਂ ਵਿੱਚ ਪੇਸ਼ ਕੀਤਾ ਜਾਂਦਾ ਹੈ। ਇਸ ਪ੍ਰਕਾਰ ਬੋਲੀ ਦਾ ਤੋੜਾ ਕਾਵਿਕ, ਨਾਟਕੀ ਤੇ ਨਾਚ ਮੁਦਰਾਵਾਂ ਦੇ ਪੱਖੋਂ ਬਹੁਤ ਮਹੱਤਵਪੂਰਨ ਹੁੰਦਾ ਹੈ। ਨਿਬੰਧਕਾਰ ਦੱਸਦਾ ਹੈ ਕਿ ਗਿੱਧੇ ਵਿੱਚ ਨਾਚ ਦੀ ਗਤੀ ਅਨੁਸਾਰ ਬੋਲੀਆਂ ਦੀ ਚੋਣ ਕੀਤੀ ਜਾਂਦੀ ਹੈ। ਜਦੋਂ ਗਿੱਧਾ ਅਜੇ ਆਰੰਭ ਹੁੰਦਾ ਹੈ ਤੇ ਉਸ ਦੀ ਗਤੀ ਧੀਮੀ ਹੁੰਦੀ ਹੈ ਤਾਂ ਲੰਮੀ ਬੋਲੀ ਪਾਈ ਜਾਂਦੀ ਹੈ ਤੇ ਇਹ ਸਿਲਸਿਲਾ ਕਾਫੀ ਦੇਰ ਤੱਕ ਚੱਲਦਾ ਰਹਿੰਦਾ ਹੈ, ਜਿੰਨੀ ਦੇਰ ਤੱਕ ਗਿੱਧਾ ਗਰਮ ਨਹੀਂ ਹੋ ਜਾਂਦਾ। ਕਈ ਵਾਰੀ ਅਦਾਕਾਰਾਂ ਜਦੋਂ ਥੱਕ ਜਾਂਦੀਆਂ ਹਨ ਤਾਂ ਉਹ ਲੰਮੀਆਂ ਬੋਲੀਆਂ ਪਾ ਕੇ ਦਮ ਲੈ ਲੈਂਦੀਆਂ ਹਨ। ਬੋਲੀਆਂ ਦੀਆਂ ਕਿਸਮਾਂ ਬਾਰੇ ਗੱਲ ਕਰਦਿਆਂ ਨਿਬੰਧਕਾਰ ਦੱਸਦਾ ਹੈ ਕਿ ਇਹ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ। ਇੱਕ ਉਹ ਹੁੰਦੀਆਂ ਹਨ ਜਿਨ੍ਹਾਂ ਵਿੱਚ ਥੀਮਿਕ ਇਕਾਗਰਤਾ ਹੁੰਦੀ ਹੈ ਤੇ ਦੂਜੀਆਂ ਉਹ ਹੁੰਦੀਆਂ ਹਨ ਜਿਨ੍ਹਾਂ ਵਿੱਚ ਕੋਈ ਇੱਕੋ ਸਥਿਤੀ ਪਾਤਰ, ਭਾਵ ਜਾਂ ਦ੍ਰਿਸ਼ ਦੇ ਪੱਖੋਂ ਬਦਲਦੀ ਜਾਂਦੀ ਹੈ। ਨਿਬੰਧਕਾਰ ਦੱਸਦਾ ਹੈ ਕਿ ਜਦੋਂ ਗਿੱਧਾ ਧੀਮੀ ਗਤੀ ਵਿੱਚ ਹੁੰਦਾ ਹੈ ਤਾਂ ਟੱਪੇ ਵੀ ਬੋਲੇ ਜਾਂਦੇ ਹਨ ਜਿਸ ਵਿੱਚ ਬੋਲੀ ਦੇ ਤੋੜੇ ਵਰਗੀ ਗਤੀ ਨਹੀਂ ਆ ਸਕਦੀ। ਆਮ ਕਰਕੇ ਜਦੋਂ ਅਦਾਕਾਰਾ ਗਿੱਧਾ ਪਾ ਕੇ ਥੱਕ ਜਾਂਦੀਆਂ ਹਨ ਤਾਂ ਉਹ ਸਾਂਝੀ ਤਾੜੀ ਦੇ ਹੁਲਾਰੇ ਨਾਲ ਗਿੱਧੇ ਦੇ ਪਿੜ ਵਿੱਚ ਖੜੀਆਂ ਹੋ ਕੇ ਟੱਪੇ ਗਾਉਂਦੀਆਂ ਹਨ
ਤੇ ਇਕਸੁਰਤਾ ਲਿਆਉਣ ਲਈ ਨਾਲ ਬੱਲੇ ਬੱਲੇ ਸ਼ਬਦ ਜੋੜ ਲੈਂਦੀਆਂ ਹਨ। ਤੇਜ਼ ਗਤੀ ਵਾਲਾ ਗਿੱਧਾ ਆਮ ਕਰਕੇ ਛੋਟੀਆਂ ਬੋਲੀਆਂ ਉੱਤੇ ਚੱਲਦਾ ਹੈ। ਵਿਆਹਾਂ ਤੇ ਸਕੂਲਾਂ ਕਾਲਜਾਂ ਦੀਆਂ ਸਟੇਟਾਂ ਉੱਤੇ ਛੋਟੀਆਂ ਬੋਲੀਆਂ ਪਾ ਕੇ ਗਿੱਧਾ ਤੇਜ਼ ਗਤੀ ਵਿੱਚ ਪੇਸ਼ ਕੀਤਾ ਜਾਂਦਾ ਹੈ। ਗਿੱਧੇ ਨਾਲ ਸੰਬੰਧਿਤ ਮੌਕਿਆਂ ਦੀ ਗੱਲ ਕਰਦਿਆਂ ਨਿਬੰਧਕਾਰ ਦੱਸਦਾ ਹੈ ਕਿ ਗਿੱਧਾ ਮੁੱਖ ਤੌਰ ਤੇ 4 ਸਮਾਜਿਕ ਮੌਕਿਆਂ ਉੱਤੇ ਪਾਇਆ ਜਾਂਦਾ ਹੈ ਤੇ ਇਹ ਮੌਕੇ ਹਨ ਵਿਆਹ, ਮੰਗਣਾ, ਤੀਆਂ ਅਤੇ ਮੁੰਡੇ ਦੀ ਪਹਿਲੀ ਲੋਹੜੀ। ਤੀਆਂ ਦੇ ਤਿਉਹਾਰ ਦੇ ਮੌਕੇ ਉੱਤੇ ਪੇਕਿਆਂ ਘਰੀਂ ਆਈਆਂ ਕੁੜੀਆਂ, ਭੈਣਾਂ ਤੇ ਭਰਜਾਈਆਂ ਰਲ ਕੇ ਪਿੰਡ ਦੀ ਕਿਸੇ ਸਾਂਝੀ ਥਾਂ ਉੱਤੇ ਗਿੱਧਾ ਪਾ ਕੇ ਆਪਣੇ ਗੁਬਗਲਾਹਟ ਕੱਢਦੀਆਂ ਹਨ। ਇੱਥੇ ਹੰਡੀਆਂ ਹੋਈਆਂ ਅਦਾਕਾਰਾਂ ਵੱਲੋਂ ਨਵੀਆਂ ਸਿਖਾਂਦਰੂ ਕੁੜੀਆਂ ਨੂੰ ਗਿੱਧੇ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ। ਨਿਬੰਧਕਾਰ ਦੱਸਦਾ ਹੈ ਕਿ ਇੱਥੇ ਵਧੀਆ ਨਾਚ ਨੱਚਣ ਵਾਲੀਆਂ ਅਤੇ ਲੰਮੀਆਂ ਤੇ ਵਧੀਆ ਬੋਲੀਆਂ ਜੋੜਨ ਤੇ ਯਾਦ ਕਰਨ ਵਾਲੀਆਂ ਨੂੰ ਬਹੁਤ ਮਾਨਤਾ ਮਿਲਦੀ ਹੈ। ਵਿਆਹ ਦਾ ਗਿੱਧਾ ਆਮ ਕਰਕੇ ਨਾਨਕਾ ਮੇਲ ਤੇ ਦਾਦਕੇ ਘਰ ਦੀਆਂ ਔਰਤਾਂ ਦਾ ਆਪਸੀ ਮੁਕਾਬਲਾ ਹੁੰਦਾ ਹੈ। ਇਸ ਵਿੱਚ ਸਭ ਨੂੰ ਨੱਚਣ ਲਈ ਵੰਗਾਰਿਆ ਜਾਂਦਾ ਹੈ ਤੇ ਖੂਬ ਖਰੂਦ ਪਾ ਕੇ ਵਿਆਹ ਦੀ ਖੁਸ਼ੀ ਮਨਾਈ ਜਾਂਦੀ ਹੈ। ਆਮ ਕਰਕੇ ਜਾਗੋ ਕੱਢਣ ਮਗਰੋਂ ਇਹ ਗਿੱਧਾ ਖੂਬ ਮੱਚਦਾ ਹੈ ਤੇ ਸਿਖਰ ਉੱਤੇ ਪੁੱਜੇ ਇਸ ਗਿੱਧੇ ਨੂੰ ਫੜੂਹਾ ਕਿਹਾ ਜਾਂਦਾ ਹੈ ਤੇ ਇੱਥੇ ਗਿੱਧਾ ਕਾਮੁਕ ਰੰਗ ਧਾਰਨ ਕਰ ਜਾਂਦਾ ਹੈ। ਨਿਬੰਧਕਾਰ ਦੱਸਦਾ ਹੈ ਕਿ ਸਾਂਗ ਤੇ ਤਮਾਸ਼ੇ ਗਿੱਧੇ ਦਾ ਮਹੱਤਵਪੂਰਨ ਪੱਖ ਹਨ। ਇਹਨਾਂ ਵਿੱਚ ਗਿੱਧੇ ਦੇ ਸਿਖਰ ਉੱਤੇ ਪੁੱਜਣ ਉੱਤੇ ਕੁਝ ਕਾਮੁਕ ਮੁਦਰਾਵਾਂ ਧਾਰਨ ਕੀਤੀਆਂ ਜਾਂਦੀਆਂ ਹਨ ਤੇ ਲੰਮੀ ਜਾਂ ਨਿੱਕੀ ਬੋਲੀ ਦੀ ਥਾਂ ਇੱਕ ਸਤਰੇ ਕੁਝ ਬੋਲ ਦੁਹਰਾਓ ਬੱਧ ਰੂਪ ਵਿੱਚ ਉਚਾਰੇ ਜਾਂਦੇ ਹਨ। ਨਿਬੰਧਕਾਰ ਦੱਸਦਾ ਹੈ ਕਿ ਗਿੱਧਾ ਅੱਡੀ ਦੀ ਧਮਕ ਤੇ ਤਾੜੀ ਦਾ ਨਾਚ ਹੈ। ਇਸ ਕਰਕੇ ਧਰਤੀ ਧਮਕਾਉਣਾ, ਧਮੱਚੀ ਪਾਉਣਾ, ਭੁਚਾਲ ਲਿਆਉਣਾ ਤੇ ਲਲਕਾਰੇ ਮਾਰ ਕੇ ਖਰੂਦ ਮਚਾਉਣਾ ਗਿੱਧੇ ਦੇ ਵਧੀਆ ਲੱਛਣ ਮੰਨੇ ਜਾਂਦੇ ਹਨ। ਇਸ ਦੀਆਂ ਬੋਲੀਆਂ ਵਿੱਚ ਜੀਵਨ ਦੀ ਖੈਰ, ਸੁੱਖ ਤੇ ਸ਼ਾਂਤੀ ਦੀ ਮੰਗ ਕੀਤੀ ਜਾਂਦੀ ਹੈ। ਕਾਮਨਾ ਕੀਤੀ ਜਾਂਦੀ ਹੈ ਕਿ ਪਰਿਵਾਰਾਂ ਦੀ ਵੇਲ ਵੱਧਦੀ ਰਹੇ, ਵੀਰਾਂ ਦੇ ਘਰੀਂ ਪੁੱਤ ਜੰਮਦੇ ਰਹਿਣ, ਬਾਪੂ ਮੱਝੀਆਂ ਦੇ ਸੰਗਲ ਫੜਾਉਂਦਾ ਰਹੇ, ਖੂਹ ਵਗਦੇ ਰਹਿਣ, ਜੋਗੀ ਰਮਤੇ ਫਿਰਦੇ ਰਹਿਣ ਤੇ ਨਗਰ ਵਸਦੇ ਰਹਿਣ। ਅੰਤ ਵਿੱਚ ਨਿਬੰਧਕਾਰ ਗਿੱਧੇ ਨੂੰ ਧਰਤੀ ਮਾਤਾ ਦੀ ਪੂਜਾ ਦਾ ਨਾਚ ਕਰਾਰ ਦਿੰਦਾ ਹੈ ਤੇ ਕਹਿੰਦਾ ਹੈ ਕਿ ਇਸ ਦਾ ਨਿਕਾਸ ਧਰਤੀ ਮਾਤਾ ਦੀ ਪੂਜਾ ਨਾਲ ਜੁੜੀਆਂ ਪੁਰਾਤਨ ਰਹੁ ਰੀਤਾਂ ਤੇ ਪੂਜਾ ਵਿਧੀਆਂ ਤੋਂ ਹੋਇਆ ਹੈ। ਇਸ ਪ੍ਰਕਾਰ ਇਸ ਨਿਬੰਧ ਦਾ ਵਿਸ਼ਾ ਪੰਜਾਬਣਾਂ ਦੇ ਗਿੱਧੇ ਬਾਰੇ ਬਹੁਪੱਖੀ ਖੋਜ ਤੇ ਵਿਚਾਰ ਭਰਪੂਰ ਨਿਤਾਰੀ ਹੋਈ ਸਾਮੱਗਰੀ ਨੂੰ ਪੇਸ਼ ਕਰਨਾ ਹੈ, ਜੋ ਕਿ ਬਹੁਤ ਹੀ ਸੁਹਜ ਸੁਆਦ ਭਰਪੂਰ ਤੇ ਗਿਆਨ ਵਿਧਾਊ ਹੈ।